ਸਤਿ ਸ਼੍ਰੀ ਅਕਾਲ। ਤੁਸੀਂ ਵੇਖ ਰਹੇ ਹੋ ਦੈਨਿਕ ਸਵੇਰਾ ਟੀਵੀ। ਮੈਂ ਹਾਂ ਨੀਰੂ ਪਚਲਵਾਨ। ਜਦ ਆਪਾਂ ਜੰਗ ਦੀ ਗੱਲ ਕਰਦੇ ਤਾਂ ਬਹੁਤ ਸਾਰੀ ਅਜਿਹੀ ਸੰਸਥਾਵਾਂ ਵੀ ਅੱਗੇ ਆਉਂਦੀਆਂ ਜੋ ਕਿਤੇ ਨਾ ਕਿਤੇ ਮਾਨਵਤਾ ਦੀ ਸੇਵਾ ਦੇ ਲਈ ਕੰਮ ਕਰਦੀ ਹੈ। ਯੂਨਾਈਟਿਡ ਸਿੱਖ ਅਜਿਹੀ ਸੰਸਥਾ ਹੈ ਜਿਨ੍ਹਾਂ ਦੇ ਡਾਇਰੈਕਟਰ ਜੀ ਨੇ ਗੁਰਪਾਲ ਜੀ ਮੇਰੇ ਨਾਲ ਇੱਥੇ ਮੌਜੂਦ ਨੇ। ਗੁਰਪਾਲ ਜੀ, ਜਦ ਆਪਾਂ ਗੱਲ ਕਰਦੇ ਹਾਂ ਜੰਗ ਦੇ ਵਿਚਕਾਰ ਬਹੁਤ ਸਾਰੀ ਚੀਜ਼ਾਂ ਅਜਿਹੀਆਂ ਹੁੰਦੀਆਂ ਨੇ ਜਿਸ ਦੇ ਵਿਚਕਾਰ ਆਪਣੀ ਜਾਨ ਦੀ ਜ਼ੋਖਿਮ ਰਹਿੰਦੀ ਹੈ। ਵੋਲੰਟੀਅਰਸ ਕਿੱਦਾਂ ਮਿਲ ਜਾਂਦੇ ਤੁਹਾਨੂੰ ਫਿਰ? ਜੀ, ਇਹ ਤਾਂ ਇੱਕ ਖਾਲਸੇ ਦੀ ਵਿਲੱਖਣਤਾ ਕਿ ਇਹਨਾਂ ਸਮਿਆਂ ਦੇ ਵਿੱਚ ਵੀ ਜੋ ਸਾਡੀ ਪਰੰਪਰਾ ਆ, ਖਾਸ ਕਰ ਸਿੱਖਾਂ ਦੀ ਪਰੰਪਰਾ ਹੈ, ਹਿੰਦੁਸਤਾਨ ਦੀ ਪਰੰਪਰਾ ਵੀ ਲੈ ਲਈਏ ਕਿ ਮਹਿਮਾਨਬਾਜ਼ੀ ਕਰਨਾ, ਕਿਸੇ ਦੀ ਮਦਦ ਕਰਨੀ, ਇਹ ਇੱਕ ਸਾਡੇ ਖੂਨ ਦੇ ਵਿੱਚ ਹੀ ਆ। ਕਿ ਜੇ ਸਿੱਖਾਂ ਦੀ ਗੱਲ ਕਰੀਏ ਕਿ ਸਾਡਾ ਭਾਵੇਂ ਵੈਰੀ ਵੀ ਚੱਲ ਕੇ ਆ ਜਾਏ, ਅੱਗੇ ਪੁਰਾਤਨ ਸਮਿਆਂ ਤੋਂ ਜੇ ਦੇਖਿਆ ਜਾਵੇ, ਇਤਿਹਾਸ ਪੜ੍ਹੀਏ ਕਿ ਜਦੋਂ ਜੰਗਲਾਂ ਦੇ ਵਿੱਚ ਵੀ ਸਿੱਖ ਰਹਿੰਦੇ ਸਨ, ਉਦੋਂ ਵੀ ਸ਼ਾਮ ਸਵੇਰੇ ਨਗਾਰਾ ਵੱਜਦਾ ਸੀ ਜਦੋਂ ਲੰਗਰ ਤਿਆਰ ਹੁੰਦੇ ਸਨ, ਅਤੇ ਨਗਾਰਾ ਵਜਾ ਕੇ ਕਿਹਾ ਜਾਂਦਾ ਸੀ ਭਾਈ ਜਿਹਨੇ ਵੀ ਲੰਗਰ ਛਕਣਾ ਉਹ ਆ ਕੇ ਛਕ ਸਕਦਾ ਵਾ ਇਸ ਵੇਲੇ ਇਸ ਜਗ੍ਹਾ 'ਤੇ ਆ ਕੇ, ਜੰਗਲ ਦੇ ਵਿੱਚ ਆ ਕੇ ਤੁਸੀਂ ਬੜੇ ਆਰਾਮ ਦੇ ਨਾਲ ਤੁਹਾਨੂੰ ਪ੍ਰੋਟੈਕਸ਼ਨ ਮਿਲੂਗੀ, ਤੁਹਾਨੂੰ ਲੰਗਰ ਮਿਲੂਗਾ। ਜਾਣੀ ਉਹੀ ਪਰੰਪਰਾ ਅੱਜ ਤੱਕ ਚੱਲਦੀ ਆ ਰਹੀ ਆ। ਯੂਕਰੇਨ ਦੀ ਗੱਲ ਕਰੀਏ, ਸੋ ਇੱਕ ਚਾਹਤ ਹੁੰਦੀ ਹੈ ਲੋਕਾਂ ਦੀ ਮਦਦ ਕਰਨ ਦੇ ਲਈ। ਅਸੀਂ ਆਪਣੇ ਕੰਮਕਾਰ ਛੱਡ ਕੇ, ਜਾਂ ਸਾਡੇ ਨਾਲ ਜਿਹੜੇ ਵੋਲੰਟੀਅਰ ਵੀ ਨੇ, ਅਸੀਂ ਟੀਮਾਂ ਬਣਾਈਆਂ ਵਾ ਪੰਜਾਂ ਦੇ ਜਥੇ ਉੱਤੇ। ਇੱਕ ਟਾਈਮ ਦੇ ਉੱਤੇ ਯੂਕਰੇਨ ਦੇ ਜਿਹੜੇ ਬਾਰਡਰ ਨੇ, ਪੋਲੈਂਡ ਦੀ ਸਾਈਡ 'ਤੇ ਸਾਡਾ ਕੈਂਪ, ਉਸ ਦਾ ਨਾਮ ਹੀ ਸਰਦਾਰ ਹਰੀ ਸਿੰਘ ਨਲੂਆ ਦੇ ਨਾਂ ਦੇ ਉੱਤੇ ਰੱਖਿਆ ਗਿਆ ਵਾ। ਅਤੇ ਉਸ ਕੈਂਪ ਨਲੂਆ ਦੇ ਵਿੱਚ ਇੱਕ ਟਾਈਮ 'ਤੇ 15-20 ਘੱਟੋ ਘੱਟ ਵੋਲੰਟੀਅਰ ਅਸੀਂ ਰੋਟੇਸ਼ਨ 'ਤੇ ਲਾਏ ਹੋਏ ਨੇ, ਅਤੇ ਜਿਨ੍ਹਾਂ ਦੇ ਵਿੱਚ ਅਸੀਂ ਆਪ ਖੁਦ ਵੀ ਸ਼ਾਮਲ ਹੋਈਦਾ ਆ ਐਵਰੀ ਅਦਰ ਵੀਕ ਵਨ ਐਵਰ ਰਿਕੁਆਇਰਡ, ਜਾਂ ਐਵਰੀ ਵੀਕਐਂਡ, ਜਿਵੇਂ ਵੀ ਸਾਨੂੰ ਉੱਤੇ ਲੋੜ ਦੇ ਮੁਤਾਬਕ। ਅਤੇ ਵੋਲੰਟੀਅਰ ਮਿਲ ਜਾਂਦੇ ਆ ਜੀ। ਸੋ ਲੋਕਾਂ ਦੀ ਬਹੁਤ ਚਾਹਤ ਆ ਉਹਨਾਂ ਦੀ ਮਦਦ ਕਰਨ ਦੇ। ਉਹਨਾਂ ਦੇ ਹਾਲਾਤ ਦੇਖ ਕੇ ਲੋਕ ਆਪਣੇ ਆਪ ਹੀ ਮੂਹਰੇ ਆਉਂਦੇ ਨੇ, ਪਰ ਉਸ ਦਾ ਇੱਕ ਡਿਫਾਈਨਡ ਪ੍ਰੋਸੈਸ ਆ, ਜੋ ਕਿ ਇੱਕ ਸਾਡਾ ਪ੍ਰੋਟੋਕੋਲ ਹੁੰਦਾ ਉਹਨਾਂ ਦੀ ਸੇਫਟੀ ਦੇਖਣ ਦੇ ਲਈ। ਜੇ ਹੁਣ ਸਾਡੇ ਨਾਲ ਕੋਈ ਜੁਆਇਨ ਕਰਦਾ ਆ, ਅਤੇ ਉਹਨਾਂ ਦੀ ਸੇਫਟੀ, ਸਿਕਿਉਰਿਟੀ ਐਂਡ ਆਲਸੋ ਸਟੇਟ ਆਫ ਦਾ ਮਾਈਂਡ ਐਜ਼ ਵੈਲ, ਉਹਨਾਂ ਦੀ ਬੈਕਗਰਾਊਂਡ ਚੈੱਕਸ, ਉਹ ਸਾਰਾ ਕੁਝ ਸਾਨੂੰ ਪਹਿਲਾਂ ਕਰਨਾ ਪੈਂਦਾ ਕਿ ਇਹ ਹੈ ਕੌਣ, ਇਹ ਕਰਨਾ ਕੀ ਚਾਹੁੰਦੇ ਨੇ, ਇਹਨਾਂ ਦਾ ਸਕਿੱਲ ਸੈੱਟ ਕੀ ਆ, ਇਹ ਕਿੰਨਾ ਸਮਾਂ ਰਹਿ ਸਕਦੇ ਨੇ। ਸੋ ਦੇयर इज़ ਅ ਡਿਫਾਈਨਡ ਪ੍ਰੋਟੋਕੋਲ ਦੈਟ ਵੀ ਹੈਵ ਟੂ ਫੋਲੋ। ਅਜਿਹਾ ਪਹਿਲੀ ਵਾਰ ਨਹੀਂ ਹੋਇਆ ਜਦ ਜੰਗ ਦੇ ਵਿਚਕਾਰ ਕਿਸੇ ਸਿੱਖ ਸੰਸਥਾ ਨੇ ਅਜਿਹਾ ਵੱਧ ਚੜ੍ਹ ਕੇ ਹਿੱਸਾ ਲਿੱਤਾ ਹੋਵੇ, ਮਾਨਵਤਾ ਦੀ ਸੇਵਾ ਕੀਤੀ ਹੋਵੇ। ਇਸ ਤੋਂ ਪਹਿਲਾਂ ਵੀ ਬਹੁਤ ਸਾਰੇ ਹੋਏ, ਲੇਕਿਨ ਜਦ ਆਪਾਂ ਯੂਕਰੇਨ ਦੀ ਗੱਲ ਕਰਦੇ ਹਾਂ, ਹਜ਼ਾਰਾਂ ਦੀ ਸੰਖਿਆ ਦੇ ਵਿਚਕਾਰ ਉੱਥੇ ਭਾਰਤੀ ਮੂਲ ਦੇ ਵਿਦਿਆਰਥੀ ਪੜ੍ਹਨ ਜਾਂਦੇ ਨੇ, ਡਾਕਟਰੀ ਪੜ੍ਹਾਈ ਕਰਨ ਜਾਂਦੇ ਹੋ। ਕਿਉਂਕਿ ਜਦ ਤੁਸੀਂ ਉੱਥੇ ਗਏ ਹੋ, ਤੁਹਾਨੂੰ ਉੱਥੇ ਦੇ ਹਾਲਾਤ ਬਹੁਤ ਪਤਾ ਨੇ। ਕਿਉਂਕਿ ਜ਼ਿਆਦਾਤਰ ਪਹਿਲੇ ਤਾਂ ਲੋਕ ਸਮਝ ਰਹੇ ਸੀ ਯੂਕਰੇਨ ਦੀ ਵਾਰ ਸ਼ੁਰੂ ਨਹੀਂ ਹੋਏਗੀ, ਸਭ ਠੰਡਾ ਚੱਲਦਾ ਰਹੇਗਾ, ਲੇਕਿਨ ਜਦ ਵਾਰ ਸ਼ੁਰੂ ਹੋਈ ਤਾਂ ਬਹੁਤ ਸਾਰੇ ਲੋਕ ਪਰੇਸ਼ਾਨ ਹੋਏ, ਕਿਉਂਕਿ ਉਹਨਾਂ ਦੇ ਬੱਚੇ, ਉਹਨਾਂ ਦਾ ਭਵਿੱਖ ਜੇ ਸੀ ਉੱਥੇ ਸੀ। ਬਿਲਕੁਲ, ਦੇਖੋ ਕਿ ਸਰਕਾਰਾਂ ਜ਼ੋਰ ਲਾਇਆ ਸਰਕਾਰਾਂ ਨੇ ਜ਼ੋਰ, ਇਹਨਾਂ ਨੇ ਐਂਡ ਤੱਕ ਜ਼ੋਰ ਲਾਉਂਦੀਆਂ ਰਹੀਆਂ। ਜਿਵੇਂ ਕਿ ਆਪਾਂ ਗੱਲ ਕਰ ਲਈਏ ਇੰਡੀਆ ਸਰਕਾਰ ਦੀ, ਜਹਾਜ਼ ਲਾਏ ਸਨ, ਅਫੀਸ਼ੀਅਲ ਰੂਟ ਵੀ ਸਨ, ਪਰ ਅਨਫੋਰਚੂਨੇਟਲੀ ਕਿਤੇ ਨਾ ਕਿਤੇ ਵੱਡੇ ਪੱਧਰ ਦੇ ਉੱਤੇ ਜਦੋਂ ਕੰਮ ਚੱਲਦੇ, ਕੋਆਰਡੀਨੇਸ਼ਨ ਦੇ ਵਿੱਚ ਹੁਣ ਤਾਂ ਰਹਿ ਜਾਂਦੀਆਂ ਨੇ। ਹੁਣ ਜਿਵੇਂ ਮੀਟ ਐਂਡ ਗ੍ਰੀਟ ਬਾਰਡਰਾਂ ਦੇ ਉੱਤੇ ਕੋਈ ਰਿਸੀਵ ਕਰਨ ਲਈ ਨਹੀਂ, ਨਿਆਣਿਆਂ ਨੂੰ ਕੋਈ ਦੱਸਣ ਦੇ ਲਈ ਨਹੀਂਗਾ ਪਵੇ ਕਿ ਤੁਸੀਂ ਇਹਨਾਂ ਫਲਾਈਟਾਂ ਦੇ ਵਿੱਚ ਜਾਣਾ, ਇੱਥੇ ਜਾਣਾ, ਆ ਜਾਣਾ। ਪਰ ਐਂਡ ਦੇ ਵਿੱਚ ਆ ਕੇ ਹਾਲਾਤ ਇਹੋ ਜਿਹੇ ਬਣ ਗਏ ਸਨ, ਉੱਥੇ ਸਰਕਾਰਾਂ ਵੀ ਕੁਛ ਨਹੀਂ ਕਰ ਸਕਦੀਆਂ ਸੀ। ਜਿਵੇਂ ਕਿ ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦਿੰਦਾ, ਖਰਸ਼ੀਆ ਦੇ, ਜੋ ਕਿ ਕ੍ਰਾਈਮੀਆ ਤੋਂ ਨਾਰਥ ਵੈਸਟ ਉੱਪਰ ਨੂੰ ਬੱਸ ਦੇ ਵਿੱਚ 18 ਘੰਟੇ ਉੱਥੋਂ ਲੱਗਦੇ ਸਨ। ਅਫੀਸ਼ੀਅਲ ਰੂਟ ਨਿਆਣਿਆਂ ਦਾ ਉਹੀ ਸੀਗਾ ਜਿਹੜੇ ਖਰਸ਼ੀਆ ਦੇ ਵਿੱਚ ਫਸੇ ਸਨ, ਕਿ ਸਰਕਾਰ ਦੇ ਥਰੂ ਉਹਨਾਂ ਨੇ ਜਾਣਾ ਸੀ 18 ਘੰਟੇ ਵਾਇਆ ਟੂ ਕ੍ਰਾਈਮੀਆ ਤੋਂ ਫਿਰ ਟ੍ਰੇਨ ਰੂਟ ਸੀਗਾ ਟੂ ਮਾਸਕੋ, 1.5-2 ਦਿਨ ਲੱਗਦੇ ਸਨ। ਮਾਸਕੋ ਤੋਂ ਫਿਰ ਫਲਾਈਟਾਂ ਲੱਗੀਆਂ ਸਨ, ਅਫੀਸ਼ੀਅਲ ਫਲਾਈਟਾਂ। ਬਾਹਲੇ ਸਟੂਡੈਂਟ ਨਿਕਲ ਗਏ, ਪਰ ਅਨਫੋਰਚੂਨੇਟਲੀ ਕਈ ਸਟੂਡੈਂਟਾਂ ਨੇ ਉਹ ਸਰਕਾਰ ਦੀ ਵਾਰਨਿੰਗ ਉਸ ਸਮੇਂ ਨਹੀਂ ਮੰਨੀ, ਜਾਂ ਜੋ ਸਾਡੇ ਵੱਲੋਂ ਵੀ ਹਦਾਇਤਾਂ ਦਿੱਤੀਆਂ ਗਈਆਂ ਸੀ ਕਿ ਜਿੰਨਾ ਵੀ ਛੇਤੀ ਹੁੰਦਾ ਨਿਕਲ ਸਕੋ, ਨਿਕਲ ਆਓ, ਪਰ ਨਹੀਂ ਨਿਕਲੇ। ਉਹ ਬੱਚੇ ਉੱਥੇ ਫਸ ਗਏ। ਉਹਨਾਂ ਦੇ ਵਿੱਚ ਇੱਕ ਕੁੜੀ ਸਿੱਖ ਸੀ, ਇੱਕ ਕੁੜੀ ਹਿੰਦੂ ਸੀ, ਇੱਕ ਮੁੰਡਾ ਕ੍ਰਿਸਚਨ ਸੀਗਾ ਸਾਊਥ ਦਾ। ਅਤੇ ਉਹ ਬੱਚੇ ਜਦੋਂ ਫਸੇ, ਫਿਰ ਸਾਡੇ ਇੱਧਰ ਜੋ ਇੰਡੀਆ ਦਾ ਚੈਪਟਰ, ਇਹਨਾਂ ਦੇ ਥਰੂ ਕੰਟੈਕਟ ਆਉਣ ਲੱਗ ਪਏ, ਸਾਨੂੰ ਹੋਰਨਾਂ ਸੰਸਥਾਵਾਂ ਦੇ ਥਰੂ ਕੰਟੈਕਟਸ ਆਉਣ ਲੱਗ ਪਏ, ਅਤੇ ਸਾਨੂੰ ਬੱਚਿਆਂ ਨੇ ਆਪ ਵੀ ਸਿੱਧਾ ਵੀ ਅਪਰੋਚ ਉੱਥੇ ਕੀਤਾ। ਉਹਨਾਂ ਨੂੰ ਪਤਾ ਲੱਗ ਗਿਆ ਕਿ ਇਹ ਕਰ ਸਕਦੇ ਆ, ਅਤੇ ਫਿਰ ਉਹਨਾਂ ਦੇ ਨਾਲ ਜਦੋਂ ਸੰਪਰਕ ਹੋਇਆ, ਫਿਰ ਉਹਨਾਂ ਬੱਚਿਆਂ ਦੇ ਲਈ ਅਸੀਂ ਸਾਰੀ ਅਸੈਸਮੈਂਟ ਟੀਮਾਂ ਉੱਧਰ ਭੇਜੀਆਂ, ਕਿਉਂਕਿ ਅਸੀਂ ਤਾਂ ਇੱਧਰ ਪੋਲੈਂਡ ਸਾਈਡ 'ਤੇ ਸਾਡਾ ਜਿਹੜਾ ਨਲਵਾ ਕੈਂਪ ਆ, ਉਹ ਇੱਧਰ ਮਡੀਕਾ ਬੋਰਡਰ ਦੇ ਉੱਤੇ ਆ, ਉੱਤੋਂ ਤਕਰੀਬਨ 1500-1600 ਕਿਲੋਮੀਟਰ ਥੱਲੇ ਨੂੰ ਜਾਣਾ ਪੈਣਾ ਸੀ ਸਾਊਥ ਨੂੰ। ਸੋ ਉਹਨਾਂ ਦੀ ਸਾਰੀ ਅਸੈਸਮੈਂਟ ਕਰਕੇ ਤਕਰੀਬਨ 2 ਹਫ਼ਤੇ ਬੱਚੇ ਉੱਥੇ ਸੇਫ ਉਹਨਾਂ ਨੂੰ ਰੱਖਿਆ ਗਿਆ, ਜਦੋਂ ਤੱਕ ਅਸੀਂ ਸਾਰੇ ਹਾਲਾਤ ਦੇਖੇ, ਉਹਨਾਂ ਦਾ ਆਲੇ ਦੁਆਲੇ ਦਾ ਸਾਰਾ ਸੇਫਟੀ ਸਿਕਿਉਰਿਟੀ ਮੈਜਰਸ ਕੀਤੇ। ਅਸੀਂ ਆਪਣੀਆਂ ਟੀਮਾਂ ਦਾ ਦੇਖਿਆ ਕਿ ਇਹਨਾਂ ਟੀਮਾਂ ਨੂੰ ਅਸੀਂ ਉੱਤੇ ਕਿੱਦਾਂ ਪਹੁੰਚਾਉਣਾ ਆ। ਸਾਡੀਆਂ ਜਿਹੜੀਆਂ ਸਿਕਿਉਰਿਟੀ ਸਪੈਸ਼ਲਿਸਟ ਟੀਮਾਂ ਆ, ਇਹਨਾਂ ਨੂੰ
ਉਹਨਾਂ ਨੇ ਜਾਣਾ ਕਿਹੜੇ ਰੂਟ ਜਾਣਾ, ਕਿਹੜੇ ਰੂਟ ਨਿਕਲਣਾ, ਤੇ ਕੀ ਅਸੀਂ ਆਉਂਦੇ ਕੁਝ ਹੋਰ ਵੀ ਕਰ ਸਕਦੇ ਹਾਂ ਜਿੱਥੋਂ ਕਿ ਅਸੀਂ ਹੋਰ ਸਟੂਡੈਂਟ ਚੱਕ ਸਕਦੇ ਹਾਂ ਜਾਂ ਕੋਈ ਹੋਰ ਲੋੜਵੰਦ ਨੇ, ਜਿਵੇਂ ਮਹਾਰਾਜ ਦੀ ਬਾਣੀ ਉੱਥੋਂ ਅਡੈਸਾ ਤੋਂ ਲਿਆਉਣੀ ਸੀ। ਸੋ ਉਹ ਬੱਚੇ ਜਦੋਂ ਖਰਸ਼ੀਆ ਦੇ ਵਿੱਚ ਫਸੇ ਉਹਨਾਂ ਨੂੰ ਫਿਰ ਲਿਆਂਦਾ ਗਿਆ ਬਾਈ ਪ੍ਰਾਈਵੇਟਲੀ ਉਹਨਾਂ ਨੂੰ ਮੋਲਡੋਵੀਆ ਮਕਲੋਵ, ਖਰਸ਼ੀਆ ਤੋਂ ਮਕਲੋਵ ਤੋਂ ਫਿਰ ਲਿਆਂਦਾ ਗਿਆ ਅਡੈਸਾ ਤੋਂ ਮਹਾਰਾਜ ਦੀ ਬਾਣੀ ਗੁਰਦੁਆਰਾ ਸਾਹਿਬ ਤੋਂ ਕਲੈਕਟ ਕਰਨੀ ਸੀ, ਪਰ ਉਹ ਕਿਉਂਕਿ ਬੱਚੇ 8-10 ਘੰਟੇ ਪਿੱਛੇ ਲੇਟ ਹੋ ਗਏ, ਉਧਰ ਬੰਬਾਰਡਮੈਂਟ ਜ਼ਿਆਦਾ ਸ਼ੁਰੂ ਹੋ ਗਈ। ਉਸ ਦੇ ਲਈ ਫਿਰ ਸਾਨੂੰ ਇੱਕ ਹੋਰ ਟੀਮ ਭੇਜਣੀ ਪਈ, ਸਰਦਾਰ ਸਿਮਰਨ ਸਿੰਘ ਜੋ ਕਿ ਸਿੱਖ ਧਰਮਾ ਇੰਟਰਨੈਸ਼ਨਲ ਤੁਸੀਂ ਖਬਰਾਂ ਪੜ੍ਹੀਆਂ ਹੋਣੀਆਂ, ਅਤੇ ਉਸ ਟੀਮ ਦੇ ਨਾਲ ਜਿਹੜੇ ਸੀਗੇ ਸਾਡੇ UK ਡਿਫੈਂਸ ਨੈਟਵਰਕ, ਉਹਨਾਂ ਦਾ ਯੂਕਰੇਨੀਅਨ ਜੋ ਡਿਫੈਂਸ ਦੇ ਸਨ, ਉਹਨਾਂ ਨੇ ਕਿ ਹਿਊਮੈਨਿਟੇਰੀਅਨ, ਉਹਨਾਂ ਨੂੰ ਪਤਾ ਸੀ ਕਿ ਹਿਊਮੈਨਿਟੇਰੀਅਨ ਮਿਸ਼ਨ ਦੇ ਉੱਤੇ ਕੰਮ ਕਰ ਰਹੇ ਨੇ, ਅਤੇ ਯੂਨਾਈਟਿਡ ਨੇਸ਼ਨ ਦੀ ਅਫੀਲੀਏਟਡ ਆਰਗੇਨਾਈਜੇਸ਼ਨ ਆ, ਅਥੈਂਟੀਕੇਟਡ ਆਰਗੇਨਾਈਜੇਸ਼ਨ ਆ, ਅਤੇ ਜੋ ਕਰਨਗੇ ਸੋ ਸਹੀ ਕਰਨਗੇ। ਹੁਣ ਉਹਨਾਂ ਬੱਚਿਆਂ ਨੂੰ ਮਹਾਰਾਜ ਦੀ ਬਾਣੀ ਸਰਦਾਰ ਸਿਮਰਨ ਸਿੰਘ ਤੋਂ ਕਢਾਉਣੀ ਪਈ, ਉਹਨਾਂ ਦੇ ਕੋਲ 1 ਘੰਟੇ ਦੀ ਸਿਰਫ ਵਿੰਡੋ ਸੀ, ਉਹਨਾਂ ਨੂੰ ਅਸੀਂ ਵੇਟ ਨਹੀਂ ਸੀ ਕਰਾ ਸਕਦੇ ਕਿਉਂਕਿ ਖਤਰਾ ਜੰਗ ਦੇ ਮਾਹੌਲ 'ਚ ਕੁਝ ਵੀ ਹੋ ਸਕਦਾ ਹੈ, ਮਿੰਟ ਸਕਿੰਟ ਕੁਝ ਹੋ ਸਕਦਾ। ਬੱਚੇ ਲੇਟ ਹੋਣ ਦੇ ਕਾਰਨ ਉਹਨਾਂ ਦੀ ਟੀਮ ਉਹ ਸੈਪਰੇਟਲੀ ਆ ਰਹੇ ਸਨ, ਉਹਨਾਂ ਦੇ ਸੇਫ ਹਾਊਸਿਸ ਸਾਰਾ ਕੁਝ, ਅਤੇ ਉਹ ਟੀਮ ਜਦੋਂ ਉੱਧਰ ਅਡੈਸਾ ਫਿਰ ਪਹੁੰਚੀ, ਅਡੈਸਾ ਤੋਂ ਫਿਰ ਮਲਡੋਵੀਆ ਤੋਂ ਫਿਰ ਰੋਮਾਨੀਆ, ਉਹ ਬੱਚੇ ਕੱਢੇ। ਸੋ ਇੱਦਾਂ ਦੇ ਹੋਰ ਕਈ ਕੇਸ ਹੋਏ ਕਿ ਜਿਨ੍ਹਾਂ ਦੇ ਵਿੱਚ ਮੇਰੇ ਕੋਲ ਨੰਬਰਿੰਗ ਦਾ ਹੁਣ ਕੁਛ ਯਾਦ ਨਹੀਂ ਹੈਗਾ। ਇੱਕ ਹੋਰ ਮੈਂ ਤੁਹਾਨੂੰ ਜਿਹੜੇ ਕੇਸ ਮੈਂ ਆਪਣੇ ਮਨ ਦੇ ਵਿੱਚ ਫਟਾਫਟ ਆ ਰਹੇ ਨੇ, ਅਤੇ ਇੱਕ ਹੋਰ ਸੀਗਾ ਮੁੰਡਾ ਪੰਜਾਬ ਦੇ ਨਾਲ ਸੰਬੰਧਿਤ ਸੀਗਾ, ਅਤੇ ਉਹਨਾਂ ਦਾ ਸੰਪਰਕ ਆਇਆ, ਉਹ ਤਕਰੀਬਨ 10-12 ਦਿਨ ਤੋਂ ਉਹ ਸਟਕ ਸਨ ਲਵੀਵ ਤੋਂ, ਤਕਰੀਬਨ ਸਾਡੇ ਤੋਂ ਮਡੀਕਾ ਤੋਂ ਐਕਚੁਅਲੀ ਕਹਿ ਲਈਏ 265 ਕਿਲੋਮੀਟਰ ਇਨਟੂ ਯੂਕਰੇਨ। ਉਹਨਾਂ ਨੂੰ ਸਾਡੀ ਟੀਮ ਨੇ 48 ਘੰਟਿਆਂ ਦੇ ਵਿੱਚ ਉਹਨਾਂ ਨੂੰ ਵਾਇਆ ਲਵੀਵ ਉੱਧਰੋਂ ਲਿਆ ਕੇ ਬ੍ਰੋਟ ਹਿਮ ਟੂ ਸਾਡੇ ਉੱਥੇ ਉਹਨਾਂ ਕੈਂਪਾਂ ਦੇ ਵਿੱਚ, ਕੈਂਪ ਨਾਲੂਆ ਦੇ। ਗੋਪਾਲ ਜੀ, ਜਦੋਂ ਆਪਾਂ ਗੁਰੂ ਦੀ ਬਾਣੀ ਗੱਲ ਕਰਦੇ ਨੇ, ਕਿਉਂਕਿ ਆਪਾਂ ਜਾਣਨਾ ਚਾਹੁੰਦੇ ਨੇ ਯੂਕਰੇਨ ਦੇ ਵਿਚਕਾਰ ਕਿੰਨੇ ਕੁ ਉੱਦਾਂ ਸਿੱਖ ਗੁਰਦੁਆਰੇ ਸੀਗਨ, ਅਤੇ ਕਿੱਥੋਂ ਤੋਂ ਮੇਨ ਬਾਣੀ ਜੇ ਸੀ ਤੁਸੀਂ ਚੱਕ ਕੇ ਲਈ? ਅਡੈਸਾ ਮੇਨ ਗੁਰਦੁਆਰਾ ਸਾਹਿਬ ਅਡੈਸਾ ਹੀ ਸੀਗਾ ਜੀ, ਸਾਊਥ ਯੂਕਰੇਨ ਦੇ ਵਿੱਚ, ਅਤੇ ਬਾਣੀ ਉੱਤੇ ਜਿਹੜੇ ਗੁਰੂ ਗ੍ਰੰਥ ਸਾਹਿਬ ਜੀ ਦੇ ਪਵਿੱਤਰ ਬਾਣੀ ਸੀ ਬੀੜਾਂ ਸਨ, ਉਹ ਸੰਗਤ ਆਲਰੇਡੀ ਲੈ ਚੁੱਕੀ ਸੀ, ਪਰ ਕਿਉਂਕਿ ਹਾਲਾਤ ਇਹੋ ਜਿਹੇ ਬਣ ਗਏ, ਉਹਨਾਂ ਨੇ ਸੋਚਿਆ ਅਸੀਂ ਮੁੜ ਕੇ ਆਉਂਦੇ ਹਾਂ, ਪਰ ਉਹ ਉਹਨਾਂ 'ਤੇ ਮੁੜ ਕੇ ਆ ਨਹੀਂ ਹੋਇਆ ਕਿਉਂਕਿ ਹਾਲਾਤ ਇੰਨੇ ਖਰਾਬ ਹੋ ਗਏ ਸਨ। ਅਤੇ ਫਿਰ ਅਸੀਂ ਸੰਗਤ ਨੂੰ ਕਿਹਾ ਤੁਹਾਡੇ ਨਾਲ ਸ਼ਿਕਵਾ ਕੋਈ ਨਹੀਂ, ਖਾਲਸਾ ਜਿਉਂਦਾ ਆ, ਤੁਹਾਡੀ ਜਾਨ ਸੇਫ ਆ, ਤੁਸੀਂ ਆਪ ਸੇਫ ਰਹੋ, ਅਤੇ ਅਸੀਂ ਆਪਣੀਆਂ ਐਕਸਟ੍ਰੈਕਸ਼ਨ ਟੀਮਾਂ ਭੇਜ ਕੇ ਅਸੀਂ ਬਾਣੀ ਆਪ ਕੱਢ ਲਿਆਵਾਂਗੇ। ਸੋ ਉੱਥੋਂ ਫਿਰ ਬਾਣੀ ਕੱਢ ਕੇ ਉਹੀ ਰੂਟ ਸੀਗਾ ਉਹਨਾਂ ਦਾ ਵੀ, ਜਿਵੇਂ ਕਿ ਅਡੈਸਾ ਤੋਂ ਮੋਲਡੋਵੀਆ ਤੋਂ ਫਿਰ ਰੋਮੇਨੀਆ ਤੋਂ ਫਿਰ ਲੰਡਨ ਤੋਂ ਫਿਰ ਉਹ ਬਾਣੀ ਹੁਣ ਨੈਸ਼ਨਲ ਸਿੱਖ ਮਿਊਜ਼ੀਅਮ ਡਰਬੀ, ਜੋ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਦੇ ਵਿੱਚ ਨੈਸ਼ਨਲ ਸਿੱਖ ਮਿਊਜ਼ੀਅਮ, ਉੱਥੇ ਸ਼ਿਸ਼ੋਭਤ ਆ। ਪਰ ਸਾਡਾ ਉਹਨਾਂ ਯੂਕਰੇਨ ਵਾਲੀ ਸੰਗਤ ਨਾਲ ਵਾਅਦਾ ਸੀ ਕਿ ਇਹ ਬਾਣੀ, ਇਹ ਇਮਾਨਤ ਯੂਕਰੇਨ ਦੀ ਸੰਗਤ ਦੀ ਆ। ਜਦੋਂ ਹਾਲਾਤ ਸਹੀ ਹੋ ਗਏ, ਸਾਰਾ ਕੁਝ ਸਹੀ ਹੋ ਗਿਆ, ਇਸੇ ਹੀ ਅਦਬ ਸਤਿਕਾਰ ਦੇ ਨਾਲ ਇਹੀ ਟੀਮਾਂ ਆਉਣਗੀਆਂ, ਇਹੀ ਮਹਾਰਾਜ ਦੀ ਬਾਣੀ ਵਾਪਸ ਲੈ ਕੇ ਜਾਣਗੇ, ਉਸੇ ਅਦਬ ਸਤਿਕਾਰ, ਅਤੇ ਉੱਥੇ ਖਾਲਸੇ ਦੇ ਨਿਸ਼ਾਨ ਝੂਲਣਗੇ। ਜਦ ਆਪਾਂ ਗੱਲ ਕਰਦੇ ਹਾਂ ਬਾਣੀ ਦੀ, ਤਾਂ ਤੁਹਾਨੂੰ ਫੋਨ ਆਇਆ ਸੀ, ਉਹਨਾਂ ਨੇ ਦੱਸਿਆ ਸੀ ਕਿ ਬਾਣੀ ਉੱਥੇ ਰਹਿ ਗਈ ਹੈ, ਉਹਨੂੰ ਵੀ ਉੱਥੋਂ ਜੋ ਹੈ ਆਪਾਂ ਚੱਕਣਾ ਹੈ? ਹਾਂਜੀ, ਸਾਡਾ ਮਕਸਦ ਇਹੀ ਸੀਗਾ ਕਿ ਉਹਨਾਂ ਦਾ ਫੋਨ 'ਤੇ ਵੀ ਗੱਲ ਹੋਈ ਉਹਨਾਂ ਦੇ ਨਾਲ, ਅਤੇ ਹੋਰ ਫਿਰ ਅਸੀਂ ਵੈਰੀਫਿਕੇਸ਼ਨ ਵੀ ਲੈਣੀ ਸੀਗੀ ਕਿ ਇਹ ਗੱਲ ਸਹੀ ਆ, ਅਤੇ ਫਿਰ ਵੈਰੀਫਿਕੇਸ਼ਨ ਦੇ ਲੈਣ ਦੇ ਲਈ ਉਹਦੇ ਵਿੱਚ ਵੀ 2-4 ਦਿਨ ਲੱਗ ਜਾਂਦੇ ਹੁੰਦੇ ਆ, ਅਤੇ ਫਿਰ ਉਸ ਦੇ ਮੁਤਾਬਕ ਅਸੀਂ ਫਿਰ ਗਾਹਾਂ ਉਹ ਆਪਣੇ ਪ੍ਰੋਸੈਸ ਸ਼ੁਰੂ ਕੀਤੇ ਕਿ ਲੜਾਈ ਦੇ ਵਿੱਚ ਜਾਣਾ ਕੋਈ ਖੇਲ ਨਹੀਂ ਪਈ, ਇਹ ਕੋਈ ਹਾਸਾ ਮਖੌਲ ਨਹੀਂ ਹੈਗਾ, ਅਤੇ ਖਾਸ ਕਰਕੇ ਤੁਸੀਂ ਆਪਣੀਆਂ ਟੀਮਾਂ ਨੂੰ ਖਤਰੇ ਦੇ ਵਿੱਚ ਪਾਵੋ, ਪਰ ਮਹਾਰਾਜ ਦੀ ਬਾਣੀ ਅਸੀਂ ਕਿਸੇ ਵੀ ਹਾਲਾਤਾਂ ਦੇ ਵਿੱਚ ਛੱਡ ਨਹੀਂ ਸੀ ਸਕਦੇ, ਕਿਉਂਕਿ ਜਿਸ ਗੁਰੂ ਦੀ ਖਾਤਰ, ਜਿਸ ਗੁਰੂ ਨੇ ਆਪਣਾ ਸਾਰਾ ਸਰਬੰਸ ਦਾਨ ਕਰ ਦਿੱਤਾ, ਆਪਣੀਆਂ ਜ਼ਿੰਦਗੀਆਂ ਵਾਰ ਦਿੱਤੀਆਂ ਇਸ ਹਿੰਦੁਸਤਾਨ ਦੇ ਲਈ, ਜਿੱਥੇ ਅਸੀਂ ਜਿਸ ਧਰਤੀ 'ਤੇ ਖੜ੍ਹੇ ਹਾਂ, ਇਸ ਪੰਜਾਬ ਦੀ ਧਰਤੀ ਲਈ, ਗੁਰੂਆਂ ਪੀਰਾਂ ਦੀ ਧਰਤੀ ਦੇ ਲਈ ਸਭ ਕੁਝ ਆਪਣਾ ਵਾਰ ਦਿੱਤਾ, ਅਤੇ ਅਸੀਂ ਕੀ ਇੰਨਾ ਵੀ ਨਹੀਂ ਕਰ ਸਕਦੇ ਕਿ ਜੇ ਉਹਨਾਂ ਦੀਆਂ ਹੱਥ ਲਿਖਤਾਂ ਮਹਾਰਾਜ ਦੀ ਸਕ੍ਰਿਪਚਰਸ ਨੇ, ਅਸੀਂ ਉਸ ਨੂੰ ਨਾ ਬਾਹਰ ਕੱਢੀਏ? ਇੱਦਾਂ ਤਾਂ ਹੋ ਨਹੀਂ ਸੀ ਨਾ ਜੀ ਸਕਦਾ। ਜਿੱਥੇ ਕਿ ਅਸੀਂ ਲੋਕਾਂ ਦੀਆਂ ਜਾਨਾਂ ਬਚਾ ਰਹੇ ਹਾਂ, ਮਹਾਰਾਜ ਨੇ ਸਾਨੂੰ ਸੇਵਾ ਬਖਸ਼ੀ, ਅਤੇ ਸਾਡੇ ਕੋਲੋਂ ਉਹ ਸੇਵਾ ਲਈ। ਗੁਰਬਾਜ ਜੀ, ਜਦ ਆਪਾਂ ਸਿੱਖ ਸੰਸਥਾਵਾਂ ਦੀ ਗੱਲ ਕਰਦੇ ਹਾਂ, ਖਾਲਸਾ ਏਡ ਸਭ ਤੋਂ ਵੱਡਾ ਇੱਕ ਨਾਂ ਹੈ, ਇੱਕ ਅਜਿਹੀ ਪਹਿਚਾਣ ਹੈ ਜੋ ਧਰਮ, ਜਾਤ ਜਾਂ ਦੇਸ਼ ਨਹੀਂ ਦੇਖਦੇ, ਮਾਨਵਤਾ ਦੀ ਸੇਵਾ ਕਰਦੇ ਨੇ। ਜੀ ਬਿਲਕੁਲ, ਸਾਡੀਆਂ ਹੋਰ ਬਹੁਤ ਵੀ ਸੰਸਥਾਵਾਂ ਜਿਨ੍ਹਾਂ ਦੇ ਨਾਲ ਸਾਡੇ ਬਹੁਤ ਚੰਗੇ ਸੰਪਰਕ ਨੇ। ਸੋ ਜਿਵੇਂ ਤੁਸੀਂ ਮੈਂਸ਼ਨ ਕੀਤਾ, ਭਾਜੀ ਹੁਣਾਂ ਦੇ ਨਾਲ ਸਾਡੇ ਬਹੁਤ ਚੰਗੇ ਸੰਪਰਕ ਨੇ। ਜਦੋਂ ਕਿਤੇ ਆਫਤਾਂ ਆਉਂਦੀਆਂ, ਵੱਡੀਆਂ ਆਫਤਾਂ ਆਉਣੀਆਂ, ਇਹ ਕੰਮ ਕਈ ਵਾਰ ਰਲ ਮਿਲ ਕੇ ਕਰਨੇ ਪੈਂਦੇ ਆ ਕਿ ਖਾਲਸੇ ਦੀ ਵਿਲੱਖਣਤਾ ਜਿਹੜੀ ਹੁਣ ਖਾਸ ਕਰਕੇ ਜੋ ਸਿੱਖ ਜਥੇਬੰਦੀਆਂ ਨੇ, ਸਾਡੇ ਨਾਲ ਉੱਥੇ ਬਹੁਤ ਜਥੇਬੰਦੀਆਂ ਆ ਕੇ ਜੁੜੀਆਂ, ਜਿਨ੍ਹਾਂ ਨੇ ਕਿ ਆਪਣੀਆਂ ਜਥੇਬੰਦੀਆਂ ਛੱਡ ਕੇ ਵੀ ਉਹਨਾਂ ਨੇ ਉੱਚੇ ਹੋ ਕੇ ਉਹ ਆਪਣੀਆਂ ਛੋਟੀਆਂ ਜਥੇਬੰਦੀਆਂ ਨੂੰ ਜਿਹੜੀਆਂ ਕਿ ਕਈ ਵੇਲੇ ਹੁੰਦਾ
ਕਰਦਾ ਪਵੇ ਕਿ ਸਾਡਾ ਨਾਮ ਮੋਹਰੇ ਆਵੇ, ਸਾਡਾ ਨਾਮ ਮੋਹਰੇ ਆਵੇ। ਅਤੇ ਸਾਨੂੰ ਇਹਨਾਂ ਜਦੋਂ ਅਸੀਂ ਵੀ ਇਸ ਸੰਸਥਾ ਦੇ ਨਾਲ ਜੁੜੇ ਹਾਂ, ਇਸੇ ਵਿਲੱਖਣਤਾ ਦੇ ਨਾਲ ਕਿ ਕੱਲਾ ਕੱਲਾ ਡਾਲਰ ਲੱਗਿਆ ਤੁਹਾਨੂੰ ਦਿਸਦਾ ਵਾ, ਉਹ ਸਮਾਂ ਤੇ ਆਪ ਕਹਿੰਦੇ ਨੇ ਆਪ ਨਾਲ ਆਓ, ਆਪ ਹੱਥੀਂ ਆ ਕੇ ਸੇਵਾ ਕਰਾਓ। ਸਕਰੂਟਨੀ ਬਹੁਤ ਆ ਹਰੇਕ ਪ੍ਰੋਸੈਸ ਦੇ ਵਿੱਚ, ਕਿਉਂਕਿ UN ਐਫੀਲੀਏਟਡ ਆਰਗੇਨਾਈਜੇਸ਼ਨ ਹੋਣ ਦੇ ਨਾਤੇ ਸਭ ਕੁਝ ਸਕਰੂਟਨਾਈਜ਼ ਹੈ, ਸਭ ਕੁਝ ਬਲੈਕ ਐਂਡ ਵਾਈਟ, ਟਰਾਂਸਪੈਰੈਂਸੀ ਪੂਰੀ ਆ ਕਿ ਕਿੰਨਾ ਆਇਆ, ਕਿੱਥੋਂ ਆਇਆ, ਕਿੱਥੇ ਗਿਆ, ਕਿਹਨੇ ਖਰਚਿਆ, ਕਾਹਤੇ ਖਰਚਿਆ। ਸੋ ਇਸ ਸਿਸਟਮ ਦੇ ਲਈ ਇਸ ਸਿਸਟਮ ਨੂੰ ਹੋਰ ਡਿਫਾਈਨ ਕਰਦੇ ਜਿੰਨਾ ਵੀ ਕੁਛ ਅਸੀਂ ਕਰ ਸਕਦੇ ਹਾਂ ਉਹ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ। ਤੁਹਾਨੂੰ ਦੱਸਦੀ ਕਿ ਸੰਸਥਾ ਭਾਵੇਂ ਵੱਡੀ ਹੋ ਜਾਂ ਛੋਟੀ ਹੋ, ਗੁਰੂ ਦੀ ਬਾਣੀ ਦੇ ਵਿਚਕਾਰ ਲਿਖਿਆ ਗਿਆ ਹੈ ਕਿ ਸਾਰਿਆਂ ਨੇ ਮਾਨਵਤਾ ਦੀ ਸੇਵਾ ਕਰਨੀ ਹੈ, ਭਾਵੇਂ ਲੰਗਰ ਹੋ ਜਾਂ ਬਚਾਉਣਾ ਹੋ। ਲੇਕਿਨ ਸਭ ਤੋਂ ਵੱਡੀ ਗੱਲ ਆਪਾਂ ਭੁੱਲ ਜਾਂਦੇ, ਆਪਾਂ ਗੱਲਾਂ ਕਰਦੇ ਰਹਿ ਜਾਂਦੇ ਤੇ ਮਾਨਵਤਾ ਦੀ ਸੇਵਾ ਦੀ ਗੱਲਾਂ ਕਰਦੇ ਰਹਿ ਜਾਂਦੇ, ਲੇਕਿਨ ਆਪ ਜਾਗਰੂਕ ਹੋਣ ਦੇ ਬਜਾਏ ਆਪਾਂ ਫਿਰ ਵੀ ਗਲਤ ਕੰਮ ਕਰ ਦਿੰਦੇ। ਇਹੀ ਵਜ੍ਹਾ ਹੈ, ਇਸ ਕਰਕੇ ਜੇ ਹੈ ਪੰਜਾਬ ਦੇ ਵਿੱਚ ਇਸ ਵੇ ਜੋ ਮਾਹੌਲ ਚੱਲ ਰਿਹਾ ਹੈ, ਗੈਂਗ ਵਾਰ ਦਾ ਚੱਲ ਰਿਹਾ ਸੀ, ਬਹੁਤ ਜਾਗਰੂਕ ਹੋਣ ਦੇ ਬਾਵਜੂਦ ਵੀ ਕਿਤੇ ਨਾ ਕਿਤੇ ਪਿੱਛੇ ਰਹਿ ਜਾਂਦੇ ਨੇ। ਕੈਮਰਾਮੈਨ ਦੀਪਕ ਦੇ ਨਾਲ ਨੀਰੂ ਬਿਜਲਵਾਨ, दैनिक सवेरा टीवी। ऑल वर्ल्ड ओपन चैलेंज 17 टाइम गोल्ड मेडलिस्ट मियां रफीक मोहम्मद, पंडित, मौलवी, बेगम, तांत्रिक, इन्हां चोरा ठग्गां तो सावधान। स्पेशलिस्ट वशीकरण, सट्टा नंबर, लव मैरिज, पति पत्नी च अनबन, विदेश च पक्का होना, कारोबार दा ना चलना, सिर्फ 31 घंटियां विच समाधान। फ्री 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 मियां रफीक मोहम्मद। मोबाइल 84 374 94 647, 84 374 94 648।